ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਖਰੂਦੀ ਮੁਸਾਫਰਾਂ ਨੂੰ ਕੈਨੇਡਾ ਦੀਆਂ ਹਵਾਈ ਕੰਪਨੀਆਂ ਦੀ ਨਾ। ਭਾਰਤੀਆਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਨਹੀਂ, ਬੋਰਿਸ ਜੌਨਸਨ। ਦਿੱਲੀ ਪੋਰਟ ਬਲੇਅਰ ਰੂਟ ਤੇ ਇੰਡੀਗੋ ਫਿਰ ਤੋਂ ਸ਼ੁਰੂ ਕਰ ਰਹੀ ਹੈ ਉਡਾਣ। ਜਾਣੋ ਕੀ ਹਨ ਸ਼ੈਡਿਊਲ। ਕੈਪੀਟਲ ਹਿੱਲ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਣਗੇ ਜੋ ਬਾਈਡਨ। ਇਟਲੀ ਤੋਂ ਅੰਮ੍ਰਿਤਸਰ ਆਈ ਫਲਾਈਟ ਵਿੱਚ ਮਿਲੇ 125 ਕਰੋਨਾ ਮਰੀਜ਼। ਕੈਪੀਟਲ ਹਿੱਲ ਹਿੰਸਾ ਦੇ ਸਮਰਥਨ ਵਿੱਚ 48% ਅਮਰੀਕੀ ਟਰੰਪ ਦੀ ਲੋਕਪ੍ਰਿਯਤਾ ਵਧੀ। ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਰੱਦ ਕੀਤੀ। ਕੈਪੀਟਲ ਹਿੱਲ ਤੇ ਹਮਲੇ ਦੀ ਬਰਸੀ ਤੇ ਹੋਣਾ ਸੀ ਆਯੋਜਨ। ਅਮਰੀਕਾ ਦੇ ਫਿਲਾਡੇਲਫੀਆ ਵਿੱਚ ਲੱਗੀ ਅੱਗ, 7 ਬੱਚਿਆਂ ਸਣੇ 13 ਲੋਕਾਂ ਦੀ ਮੌਤ। ਅਮਰੀਕਾ ਵਿੱਚ ਕਰੋਨਾ ਦਾ ਕਹਿਰ, ਹਸਪਤਾਲਾਂ ਵਿੱਚ ਵੈਂਟੀਲੇਟਰ ਓਮਿਕਰੋਨ ਮਰੀਜ਼ਾਂ ਨਾਲ ਭਰਨੇ ਸ਼ੁਰੂ। ਕੈਨੇਡਾ 'ਚ ਬਲਰਾਜ ਨਿੱਜਰ ਵਿਰੁੱਧ ਛੁਰੇਬਾਜ਼ੀ ਕੇਸ ਵਿੱਚ ਦੋਸ਼ ਆਇਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਸ਼ਹਿਰ ਮੌਂਟਰੀਅਲ ਤੋਂ ਮੈਕਸੀਕੋ ਦੇ ਤੱਟੀ ਸ਼ਹਿਰ ਟੁਲਮ ਵਿੱਚ ਨਵਾਂ ਸਾਲ ਮਨਾਉਣ ਜਾਣ ਸਮੇਂ ਇੱਕ ਗੀਤ ਸੰਗੀਤ ਮੰਡਲੀ ਤੇ ਟੈਲੀਵਿਜ਼ਨ ਕਲਾਕਾਰਾਂ ਦੇ ਦਰਜਨਾਂ ਕੁ ਮੈਂਬਰਾਂ ਨੂੰ ਬੀਤੇ ਕੱਲ ਕੈਨੇਡਾ ਦੀਆਂ 3 ਹਵਾਈ ਕੰਪਨੀਆਂ ਨੇ ਮੈਕਸੀਕੋ ਤੋਂ ਕੈਨੇਡਾ 'ਚ ਵਾਪਸੀ ਉਡਾਣ ਤੋਂ ਨਾ ਕਰ ਦਿੱਤੀ ਹੈ, ਕਿਉਂਕਿ ਬੀਤੀ 30 ਦਸੰਬਰ ਨੂੰ ਸਨਵਿੰਗ ਜਹਾਜ਼ ਵਿੱਚ ਉਨ੍ਹਾਂ ਦੇ ਬਿਨਾਂ ਮਾਸਕ ਤੋਂ ਖਾਣ ਪੀਣ ਤੇ ਬੇਪਿੰਗ ਕਰਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਕੋਰੋਨਾ ਵਾਇਰਸ ਦੇ ਮੌਜੂਦਾ ਸਮੇਂ ਦੌਰਾਨ ਉਸ ਵਾਇਰਲ ਵੀਡੀਓ ਦੀ ਦੇਸ਼ ਭਰ ਵਿੱਚ ਨਿੰਦਾ ਹੋ ਰਹੀ ਸੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਜਹਾਜ਼ ਵਿੱਚ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਜਸ਼ਨ ਮਨਾਉਣ ਵਾਲੇ ਗਰੁੱਪ ਦੇ ਲੋਕਾਂ ਦੀ ਸਖਤ ਨਿਖੇਧੀ ਕੀਤੀ ਸੀ। ਹਾਲਾਤ ਦੇ ਮੱਦੇਨਜ਼ਰ ਸਨਵਿੰਗ ਹਵਾਈ ਕੰਪਨੀ ਨੇ ਉਸ ਗਰੁੱਪ ਦੀ 5 ਜਨਵਰੀ ਦੀ ਵਾਪਸੀ ਉਡਾਣ ਰੱਦ ਕਰ ਦਿੱਤੀ ਹੈ, ਜਿਸ ਤੋਂ ਬਾਅਦ ਵੈਸਟ ਜੈਟ ਅਤੇ ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਵੀ ਹਵਾਈ ਸਫ਼ਰ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੁਸਾਫਰਾਂ ਨੂੰ ਆਪਣੀਆਂ ਉਡਾਣਾਂ ਵਿੱਚ ਸੀਟਾਂ ਦੇਣ ਤੋਂ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਵੀ ਕਿ ਮੈਕਸੀਕੋ ਪੁੱਜ ਕੇ ਉਸ ਗਰੁੱਪ ਵਿੱਚੋਂ ਇੱਕ 19 ਸਾਲ ਦੀ ਕੁੜੀ ਦਾ ਕਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ, ਜੋ ਹੁਣ ਉੱਥੇ ਹੋਟਲ ਦੇ ਖਰਚੇ ਨਾ ਦੇ ਸਕਣ ਕਰਕੇ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੀ ਹੈ। ਪਤਾ ਲੱਗਾ ਕਿ ਉਸਦੇ ਸਾਥੀ ਕਿਸੇ ਬਦਲਵੇਂ ਰੂਟ ਰਾਹੀਂ ਬੀਤੀ ਸ਼ਾਮ ਮੌਂਟਰੀਅਲ ਪੁੱਜੇ ਜਾਂ ਇੱਕ ਮੁਸਾਫਰ ਨੂੰ ਹਵਾਈ ਅੱਡੇ ਅੰਦਰ ਹੱਥਕੜੀਆਂ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ, ਪਰ ਪੋਜ਼ਿਟਿਵ ਪਾਈ ਗਈ ਲੜਕੀ ਮੈਕਸੀਕੋ ਵਿੱਚ ਖੱਜਲ ਖੁਆਰ ਹੋਣ ਲਈ ਮਜਬੂਰ ਹੈ। ਇਹ ਵੀ ਕਿ ਉਕਤ ਲੜਕੀ ਨੂੰ ਕਲਾਕਾਰਾਂ ਦੇ ਗਰੁੱਪ ਦਾ ਹਿੱਸਾ ਹੋਣ ਕਰਕੇ ਤੇ ਉਹਨਾਂ ਸਾਰਿਆਂ ਨੂੰ ਇਕਾਂਤਵਾਸ ਦੀਆਂ ਸਖਤ ਸ਼ਰਤਾਂ ਅਤੇ ਹਵਾਈ ਸਫ਼ਰ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ $5000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕੈਨੇਡਾ ਦੇ ਆਵਾਜਾਈ ਮੰਤਰੀ ਉਮਾਰ ਅਲਗਬਰਾ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੀਤੇ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਦੇ ਵਧੇ ਹੋਏ ਕੇਸਾਂ ਕਾਰਨ ਹਵਾਈ ਕੰਪਨੀਆਂ ਨੂੰ ਜਹਾਜ਼ ਚਲਾਉਣ ਵਾਸਤੇ ਲੋੜੀਂਦਾ ਸਟਾਫ ਨਹੀਂ ਮਿਲ ਰਿਹਾ, ਜਿਸ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਹਿੱਸਿਆਂ ਦੀ ਹਵਾਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕੈਨੇਡੀਅਨ ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਓਮਿਕਰੋਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਕਰਮਚਾਰੀਆਂ ਦੀ ਗਿਣਤੀ 'ਚ ਕਮੀ ਆਈ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਧਾਰਨਾ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਜਾਏਗੀ। ਹਫ਼ਤਾਵਾਰੀ ਪ੍ਰਧਾਨ ਮੰਤਰੀ ਦੇ ਪ੍ਰਸ਼ਨ ਸ਼ਾਸਨ ਦੌਰਾਨ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਇੱਕ ਸਾਂਸਦ ਨੇ ਮੀਡੀਆ ਵਿੱਚ ਆਈ ਉਨ੍ਹਾਂ ਰਿਪੋਰਟਾਂ ਤੇ ਪ੍ਰਤੀਕਿਰਿਆ ਮੰਗੀ ਹੈ। ਇਸ ਵਿੱਚ ਭਾਰਤ ਦੇ ਲਈ FTA ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਦੇ ਮੱਦੇਨਜ਼ਰ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਆਸਾਨ ਵੀਜ਼ਾ ਨਿਯਮ ਬਣਾਉਣ ਦਾ ਦਾਅਵਾ ਕੀਤਾ ਗਿਆ। ਕੰਜ਼ਰਵੇਟਿਵ ਸਾਂਸਦ ਐਵਾਰਡ ਨੇ ਜੌਨਸਨ ਤੋਂ ਪੁੱਛਿਆ ਕਿ ਭਾਰਤ ਦੇ ਨਾਲ ਵਪਾਰ ਸਮਝੌਤੇ ਨੂੰ ਸੁਰੱਖਿਅਤ ਕਰਨ ਦੇ ਲਈ ਵੀਜ਼ਾ ਕੰਟਰੋਲ ਵਿੱਚ ਛੋਟ ਦਾ ਇਰਾਦਾ ਹੈ। ਜੌਨਸਨ ਨੇ ਕਿਹਾ ਕਿ ਅਸੀਂ ਇਸ ਆਧਾਰ ਤੇ ਮੁਕਤ ਵਪਾਰ ਸਮਝੌਤਾ ਨਹੀਂ ਕਰਦੇ ਹਾਂ। ਸਦਨ ਵਿੱਚ ਸਾਂਸਦ ਐਵਾਰਡ ਦਾ ਪ੍ਰਸ਼ਨ ਉਨ੍ਹਾਂ ਰਿਪੋਰਟਾਂ ਤੇ ਆਧਾਰਿਤ ਹੈ, ਜਿਸ ਦੇ ਅਨੁਸਾਰ ਬ੍ਰਿਟੇਨ ਦੀ ਕੌਮਾਂਤਰੀ ਵਪਾਰ ਸਕੱਤਰ ਮੈਰੀ ਦੇ ਇਸ ਮਹੀਨੇ ਦੇ ਅੰਤ ਵਿੱਚ FTA ਵਾਰਤਾ ਸ਼ੁਰੂ ਕਰਨ ਲਈ ਦਿੱਲੀ ਦੀ ਯਾਤਰਾ ਕਰਨ ਦੀ ਉਮੀਦ ਹੈ। ਇਸ ਗੱਲ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਉਹ ਬ੍ਰਿਟੇਨ ਦੇ FTA ਦੇ ਹਿੱਸੇ ਦੇ ਰੂਪ ਵਿੱਚ ਆਸਟ੍ਰੇਲੀਆ ਦੇ ਬਰਾਬਰ ਵੀਜ਼ਾ ਯੋਜਨਾ ਦੀ ਪੇਸ਼ਕਸ਼ ਕਰ ਸਕਦੀ ਹੈ। ਇਸ ਤਰ੍ਹਾਂ ਦੀ ਯੋਜਨਾ ਨਾਲ ਭਾਰਤੀ ਨੌਜਵਾਨਾਂ ਨੂੰ ਬ੍ਰਿਟੇਨ ਆਉਣ ਅਤੇ ਉੱਥੋਂ 3 ਸਾਲ ਤੱਕ ਕੰਮ ਕਰਨ ਦਾ ਮੌਕਾ ਮਿਲੇਗਾ। ਇੰਡੀਗੋ 9 ਜਨਵਰੀ ਤੋਂ ਦਿੱਲੀ ਪੋਰਟ ਬਲੇਅਰ ਵਿੱਚ 4 ਹਫ਼ਤਾਵਾਰੀ ਉਡਾਣਾਂ ਫਿਰ ਤੋਂ ਸ਼ੁਰੂ ਕਰ ਰਹੀ ਹੈ। 에ਅਰਲਾਈਨ ਨੇ ਕਿਹਾ ਕਿ ਰੂਟ ਤੇ ਕਿਰਾਇਆ $8,552 ਤੋਂ ਸ਼ੁਰੂ ਹੁੰਦਾ ਹੈ। ਇੰਡੀਗੋ ਦੇ ਮੁੱਖ ਅਧਿਕਾਰੀ ਨੇ ਸੰਜੇ ਕੁਮਾਰ ਨੇ ਕਿਹਾ ਕਿ ਸਾਨੂੰ ਦਿੱਲੀ ਪੋਰਟ ਬਲੇਅਰ ਵਿੱਚ ਆਪਣੀ ਘਰੇਲੂ ਸਥਿਤੀ ਨੂੰ ਮਜ਼ਬੂਤ ਕਰਨ ਤੇ ਆਪਰੇਸ਼ਨ ਸ਼ੁਰੂ ਕਰਨ ਦੀ ਖੁਸ਼ੀ ਹੈ। ਵਰਤਮਾਨ ਵਿੱਚ ਇੰਡੀਗੋ ਕੋਲ 275 ਤੋਂ ਵਧੇਰੇ ਜਹਾਜ਼ਾਂ ਦਾ ਬੇੜਾ ਹੈ ਤੇ 71 ਘਰੇਲੂ ਤੇ 24 ਇੰਟਰਨੈਸ਼ਨਲ ਡੈਸਟੀਨੇਸ਼ਨ ਨੂੰ ਜੋੜਨ ਵਾਲੀ 1500 ਤੋਂ ਵਧੇਰੇ ਰੋਜ਼ਾਨਾ ਦੀਆਂ ਉਡਾਣਾਂ ਨੂੰ ਚਲਾਉਂਦੀ ਹੈ।
ਇਸ ਦੇ ਨਾਲ ਹੀ ਇੰਡੀਗੋ ਨੇ ਦਿੱਲੀ, ਬੰਬਈ ਤੋਂ ਪੱਛਮੀ ਬੰਗਾਲ ਦੇ 3 ਮੁੱਖ ਹਵਾਈ ਅੱਡਿਆਂ ਵਿਚਕਾਰ ਆਪਣੀਆਂ ਕੁਝ ਉਡਾਣਾਂ ਨੂੰ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਵਿੱਚ ਕਲਕੱਤਾ, ਦੁਰਗਾਪੁਰ ਤੇ ਬਗਡੋਗਰਾ 에ਅਰਪੋਰਟ ਸ਼ਾਮਲ ਨੇ। ਇਸ ਤੋਂ ਪਹਿਲਾਂ ਦਸੰਬਰ 'ਚ DGCA ਨੇ ਘੋਸ਼ਣਾ ਕੀਤੀ ਸੀ ਕਿ ਭਾਰਤ ਤੋਂ ਬਿਜ਼ਨਸ ਇੰਟਰਨੈਸ਼ਨਲ ਉਡਾਣਾਂ 31 ਜਨਵਰੀ ਨੂੰ ਓਮਿਕਰੌਨ ਵੈਰੀਐਂਟ ਦੇ ਵੱਧਦੇ ਡਰ ਵਿੱਚ ਫਿਰ ਤੋਂ ਸ਼ੁਰੂ ਹੋਏਗੀ। ਇਸ ਤੋਂ ਪਹਿਲਾਂ DGCA ਨੇ ਕਿਹਾ ਸੀ ਕਿ ਤੈਅ ਉਡਾਣਾਂ 15 ਦਸੰਬਰ ਤੋਂ ਸ਼ੁਰੂ ਹੋਣਗੀਆਂ, ਪਰ ਬਾਅਦ ਵਿੱਚ ਇਸ ਆਦੇਸ਼ ਵਿੱਚ ਸੁਧਾਰ ਕੀਤਾ ਗਿਆ ਜਦੋਂ ਕੋਵਿਡ ਦੇ ਨਵੇਂ ਵੈਰੀਐਂਟ ਕਾਰਨ ਇੱਕ ਹੋਰ ਲਹਿਰ ਤੇ ਚਿੰਤਾ ਜਤਾਈ। ਇਸ ਤੋਂ 1 ਮਹੀਨਾ ਪਹਿਲਾਂ ਕੇਂਦਰ ਨੇ ਇੰਟਰਨੈਸ਼ਨਲ ਉਡਾਣਾਂ ਨੂੰ ਨਾਰਮਲ ਕਰਨ ਦਾ ਫੈਸਲਾ ਕੀਤਾ, ਜੋ ਮਾਰਚ 2020 ਤੋਂ ਰੱਦ ਨੇ। DGCA ਨੇ ਕਿਹਾ ਕਿ ਭਾਰਤ ਵਿੱਚ ਕਈ ਦੇਸ਼ਾਂ ਨਾਲ 에ਅਰ ਬਬਲ ਵਿਵਸਥਾ ਬਰਕਰਾਰ ਰਹਿਣੀ ਚਾਹੀਦੀ ਹੈ। ਇਸ ਵਿਵਸਥਾ ਨਾਲ ਇੰਟਰਨੈਸ਼ਨਲ ਉਡਾਣਾਂ ਦਾ ਆਉਣਾ ਜਾਣਾ ਆਸਾਨ ਹੋ ਜਾਏਗਾ। ਵਾਈਟ ਹਾਊਸ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲ 6 ਜਨਵਰੀ ਨੂੰ ਕੈਪੀਟਲ ਹਿੱਲ ਤੇ ਹੋਈ ਹਿੰਸਾ ਲਈ ਬਾਈਡਨ ਸਿਰਫ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਣਗੇ। ਅਮਰੀਕਾ ਦੇ ਸੰਸਦ ਭਵਨ ਕੈਪੀਟਲ ਹਿੱਲ ਤੇ ਹਮਲੇ ਦੀ ਪਹਿਲੀ ਬਰਸੀ 6 ਜਨਵਰੀ ਨੂੰ ਹੈ। ਵਾਈਟ ਹਾਊਸ ਦੇ ਅਨੁਸਾਰ ਕੈਪੀਟਲ ਹਿੱਲ ਤੇ ਹਮਲੇ ਦੀ ਬਰਸੀ ਮੌਕੇ ਤੇ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਤੇ ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਵੀ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਇਰਾਦਾ ਜਤਾਇਆ। ਇਸੇ ਮਕਸਦ ਨਾਲ ਪ੍ਰੈਸ ਕਾਨਫਰੰਸ ਦਾ ਐਲਾਨ ਵੀ ਕੀਤਾ ਸੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ। ਦੱਸ ਦਈਏ ਕਿ ਕੈਪੀਟਲ ਹਿੱਲ ਤੇ ਹਿੰਸਾ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ 5 ਲੋਕ ਮਾਰੇ ਗਏ ਸਨ। ਅਮਰੀਕਾ ਵਿੱਚ ਪਿਛਲੇ ਸਾਲ 6 ਜਨਵਰੀ ਨੂੰ ਕੈਪੀਟਲ ਹਿੱਲ ਵਿੱਚ ਹੋਈ ਹਿੰਸਾ ਦੀ ਜਾਂਚ ਨੂੰ ਲੈ ਕੇ ਬਣਾਈ ਕਮੇਟੀ ਆਪਣੀ ਰਿਪੋਰਟ ਜਨਤਕ ਕਰਨ ਦੀ ਤਿਆਰੀ ਵਿੱਚ ਹੈ। ਉਹਨਾਂ ਨੇ 300 ਤੋਂ ਜ਼ਿਆਦਾ ਗਵਾਹਾਂ ਦਾ ਬਿਆਨ ਲਿਆ, ਹਜ਼ਾਰਾਂ ਦਸਤਾਵੇਜ਼ ਇਕੱਠੇ ਕੀਤੇ ਨੇ ਅਤੇ ਚੋਣ ਅਧਿਕਾਰੀਆਂ ਨਾਲ ਗੱਲ ਕਰਨ ਦੇ ਲਈ ਦੇਸ਼ ਭਰ ਵਿੱਚ ਯਾਤਰਾ ਕੀਤੀ ਹੈ, ਜਿਨ੍ਹਾਂ ਤੇ ਟਰੰਪ ਦਾ ਦਬਾਅ ਬਣਿਆ ਸੀ। ਹੁਣ 6 ਮਹੀਨੇ ਦੀ ਜਹਿਦ ਤੋਂ ਬਾਅਦ ਘਟਨਾ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਰਿਪੋਰਟ ਜਨਤਕ ਕਰਨ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਪੈਨਲ ਦੇ ਮੈਂਬਰ ਸਾਬਕਾ ਰਾਸ਼ਟਰਪਤੀ ਉਹਨਾਂ ਦੇ ਸਹਿਯੋਗੀਆਂ ਦੇ ਖਿਲਾਫ ਆਪਣੀ ਰਿਪੋਰਟ ਜਾਰੀ ਕਰਨਾ ਸ਼ੁਰੂ ਕਰ ਦੇਣਗੇ। 7 ਡੈਮੋਕ੍ਰੇਟਕ ਅਤੇ 2 ਰਿਪਬਲਿਕਨ 6 ਜਨਵਰੀ ਨੂੰ ਪੂਰੀ ਕਹਾਣੀ ਦੱਸਣ ਦੀ ਆਪਣੀ ਪ੍ਰਤੀਬੱਧਤਾ ਵਿੱਚ ਇਕਜੁੱਟ ਨੇ। ਉਹ ਟੈਲੀਵਿਜ਼ਨ ਤੇ ਸੁਣਵਾਈ ਅਤੇ ਰਿਪੋਰਟ ਦੀ ਯੋਜਨਾ ਬਣਾ ਰਹੇ ਨੇ। ਉਹਨਾਂ ਦਾ ਟੀਚਾ ਨਾ ਸਿਰਫ ਦੰਗਿਆਂ ਦੀ ਗੰਭੀਰਤਾ ਨੂੰ ਦਿਖਾਉਂਦਾ ਹੈ, ਬਲਕਿ ਹਮਲੇ ਅਤੇ ਟਰੰਪ ਦੇ ਰਾਜਾਂ ਅਤੇ ਸੰਸਦ ਤੇ ਰਾਸ਼ਟਰਪਤੀ ਦੇ ਰੂਪ ਵਿੱਚ ਜੋ ਬਾਈਡਨ ਦੀ ਚੋਣ ਨੂੰ ਉਲਟਣ ਦੇ ਲਈ ਦਬਾਅ ਬਣਾਉਣ ਦਾ ਇੱਕ ਸਪਸ਼ਟ ਸੰਬੰਧ ਦਿਖਾਉਂਦਾ ਹੈ। ਇਟਲੀ ਤੋਂ ਅੰਮ੍ਰਿਤਸਰ ਪੁੱਜੀ ਇੱਕ ਚਾਰਟਰਡ ਫਲਾਈਟ ਵਿੱਚ 125 ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਨੇ ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਪੰਜਾਬ ਦੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਜਹਾਜ਼ ਵਿੱਚ 179 ਮੁਸਾਫਰ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ। ਕੁਝ ਰਿਪੋਰਟਾਂ ਵਿੱਚ ਫਲਾਈਟ 에ਅਰ ਇੰਡੀਆ ਦੀ ਦੱਸੀ ਗਈ ਹੈ, ਪਰ ਅੰਮ੍ਰਿਤਸਰ 에ਅਰਪੋਰਟ ਦੇ ਡਾਇਰੈਕਟਰ BK ਸੇਠ ਰਿਪੋਰਟ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਹਨਾਂ ਦੱਸਿਆ ਕਿ ਸਾਰੇ ਮੁਸਾਫਰਾਂ ਨੂੰ ਕੁਆਰੰਟਾਈਨ ਕਰ ਦਿੱਤਾ। ਜਿਹੜੇ ਮੁਸਾਫਰਾਂ ਦਾ ਟੈਸਟ ਨਹੀਂ ਕੀਤਾ ਗਿਆ, ਉਹਨਾਂ ਵਿੱਚ ਜ਼ਿਆਦਾਤਰ ਬੱਚੇ ਨੇ। ਯੂਰਪ ਵਿੱਚ ਓਮਿਕਰੌਨ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਇੱਕ ਫਲਾਈਟ ਵਿੱਚੋਂ ਦਰਜਨਾਂ ਮੁਸਾਫਰਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਮਗਰੋਂ ਭਾਰਤ ਦਾ ਹਵਾਬਾਜ਼ੀ ਮੰਤਰਾਲਾ ਸੋਚਾਂ ਵਿੱਚ ਪੈ ਗਿਆ। ਦੂਜੇ ਪਾਸੇ 2 ਹਫ਼ਤੇ ਪਹਿਲਾਂ ਤੱਕ ਪੰਜਾਬ ਵਿੱਚ ਓਮਿਕਰੌਨ ਦਾ ਕੋਈ ਮਰੀਜ਼ ਨਹੀਂ ਸੀ ਅਤੇ ਹੁਣ ਇਟਲੀ ਤੋਂ ਪੁੱਜੇ ਮੁਸਾਫਰਾਂ ਦੇ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹਨਾਂ ਵਿੱਚੋਂ ਕਿੰਨੇ ਓਮਿਕਰੌਨ ਵੈਰੀਐਂਟ ਵਾਲੇ ਨੇ। ਅਮਰੀਕੀ ਸੰਸਦ ਤੇ ਪਿਛਲੇ ਸਾਲ 6 ਜਨਵਰੀ ਨੂੰ ਹੋਈ ਇਤਿਹਾਸਕ ਹਿੰਸਾ ਦੇ 1 ਸਾਲ ਬਾਅਦ ਵੀ ਉੱਥੋਂ ਦਾ ਸਮਾਜ ਵੰਡਿਆ ਹੋਇਆ ਨਜ਼ਰ ਆ ਰਿਹਾ। ਇਸ ਸਾਲ ਕਰਾਏ ਗਏ ਨਿਊ ਮਾਈਗੋਵ ਸਰਵੇ ਦੇ ਅਨੁਸਾਰ 48% ਹੁਣ ਵੀ ਕੈਪੀਟਲ ਹਿੰਸਾ ਦਾ ਸਮਰਥਨ ਕਰਦੇ ਨੇ। ਇਸ ਵਿੱਚੋਂ ਸਭ ਤੋਂ ਜ਼ਿਆਦਾ 9% ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਨਾਲ ਵਿਰੋਧੀਆਂ ਨੂੰ ਸਖਤ ਸੰਦੇਸ਼ ਜਾਂਦਾ ਹੈ। ਹੈਰਾਨ ਕਰਨ ਵਾਲੇ ਨਤੀਜੇ ਇਹ ਨੇ ਕਿ 2024 ਚੋਣਾਂ ਵਿੱਚ ਜੇਕਰ ਡੈਮੋਕ੍ਰੇਟ ਜਿੱਤਦੇ ਨੇ ਤਾਂ 4% ਅਮਰੀਕੀ ਫੇਰ ਹਿੰਸਾ ਦਾ ਸਮਰਥਨ ਕਰਨਗੇ, ਜਦਕਿ ਫਰਵਰੀ 2021 ਦੇ AP ਨਾਰਕ ਦੇ ਸਰਵੇ ਤੋਂ ਬਾਅਦ ਜਨਵਰੀ 2022 ਵਿੱਚ ਹੋਏ ਸਰਵੇ ਵਿੱਚ ਟਰੰਪ ਦੀ ਲੋਕਪ੍ਰਿਯਤਾ ਵਿੱਚ 10% ਵਾਧਾ ਹੋਇਆ। ਟਰੰਪ 2024 ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਨੰਬਰ ਨੇਤਾ ਬਣੇ ਹੋਏ ਨੇ। ਇਸ ਦੌਰਾਨ ਹਿੰਸਾ ਕਰਨ ਵਾਲਿਆਂ ਦੇ ਸਮਰਥਨ ਵਿੱਚ ਅਮਰੀਕਾ 'ਚ ਲਗਭਗ 25 ਸ਼ਹਿਰਾਂ 'ਚ ਰੈਲੀਆਂ ਕੱਢੀਆਂ ਗਈਆਂ। ਰੈਲੀਆਂ ਕੱਢਣ ਵਾਲੇ ਜ਼ਿਆਦਾਤਰ ਲੋਕ ਰਿਪਬਲਿਕਨ ਪਾਰਟੀ ਨਾਲ ਜੁੜੇ ਨੇ। ਕੈਪੀਟਲ ਹਿੰਸਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੜੀ ਸੁਰੱਖਿਆ ਕੀਤੀ ਗਈ ਹੈ। ਕੈਪੀਟਲ ਹਿੰਸਾ ਦੇ ਦੋਸ਼ ਵਿੱਚ ਪੁਲਿਸ ਨੇ ਟਰੰਪ ਸਮਰਥਕ 705 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹਨਾਂ ਵਿੱਚੋਂ 165 ਨੂੰ ਸਜ਼ਾ ਹੋ ਚੁੱਕੀ ਹੈ। ਸਿੰਘਾਂ ਵਾਲੀ ਟੋਪੀ ਪਾ ਕੇ ਅਮਰੀਕੀ ਸਮਾਜ ਵਿੱਚ ਨਫ਼ਰਤ ਦਾ ਚਿਹਰਾ ਬਣਾ ਕੇ ਉੱਭਰੇ
ਜੈਕਬ ਚੈਂਸਲੀ ਉਰਫ ਕੈਨੌਨ ਸ਼ਾਸਨ ਨੂੰ ਜਦ ਨਵੰਬਰ 2021 ਵਿੱਚ ਸਜ਼ਾ ਹੋਈ ਤਾਂ ਵਕੀਲ ਨੇ ਬਚਾਅ ਵਿੱਚ ਉਸ ਨੂੰ ਮਾਨਸਿਕ ਰੋਗੀ ਦੱਸਿਆ ਸੀ। ਹਿੰਸਾ ਦੇ ਵਿਰੋਧ ਵਿੱਚ ਅਸਤੀਫਾ ਦੇਣ ਵਾਲੇ ਵਾਈਟ ਹਾਊਸ ਪ੍ਰਤੀਨਿਧੀ ਅਤੇ ਕੈਬਨਿਟ ਸਕੱਤਰ ਹੁਣ ਹਾਸ਼ੀਏ ਤੇ ਨੇ। ਟਰੰਪ ਖਿਲਾਫ ਡੈਮੋਕ੍ਰੈਟਿਕ ਪਾਰਟੀ ਦੇ ਮਹਾਦੋਸ਼ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਕੈਰੋਲੀਨਾ ਦੇ ਸੈਨੇਟਰ ਰਿਚਰਡ ਲੂਸੀਆਨਾ ਦੇ ਬਿਲ ਕੈਸੇਡੀ, ਕੌਂਸਲ ਅਲਾਸਕਾ ਦੀ ਲੀਜ਼ਾ, ਯੂਟਾ ਦੇ ਮਿਟ ਰੋਮਨੀ, ਨੇਬਾਰਾਸਕਾ ਦੇ ਬੈਨ ਸੈਸੇ ਤੇ ਪੈਨਸਿਲਵੇਨੀਆ ਦੇ ਟੌਮੀ ਵੀ ਚੁੱਪ ਲਈ ਵੱਟ ਹੈ। ਕੈਪੀਟਲ ਹਿੰਸਾ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਨੌਜਵਾਨ ਅਤੇ ਪੁਲਿਸ ਤੇ ਆਰਮੀ ਬੈਕਗ੍ਰਾਉਂਡ ਦੇ ਸਨ। ਅਮਰੀਕਾ ਦੇ ਸੰਸਦ ਭਵਨ ਕੈਪੀਟਲ ਹਿਲ ਤੇ ਹਮਲੇ ਦੀ ਪਹਿਲੀ ਬਰਸੀ 6 ਜਨਵਰੀ ਨੂੰ ਹੈ। ਇਸ ਮੌਕੇ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਵੀ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਇਰਾਦਾ ਜਤਾਇਆ ਸੀ ਅਤੇ ਇਸੇ ਮਕਸਦ ਨਾਲ ਪ੍ਰੈਸ ਕਾਨਫਰੰਸ ਦਾ ਐਲਾਨ ਵੀ ਕੀਤਾ ਸੀ। ਇਹ ਹਮਲਾ ਪਿਛਲੇ ਸਾਲ 6 ਜਨਵਰੀ ਨੂੰ ਹੋਇਆ ਸੀ। ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਡੋਨਾਲਡ ਟਰੰਪ 6 ਜਨਵਰੀ ਨੂੰ ਕੈਪੀਟਲ ਹਿੰਸਾ ਦੀ ਪਹਿਲੀ ਬਰਸੀ ਤੇ ਰਾਸ਼ਟਰ ਨੂੰ ਸੰਬੋਧਨ ਕਰਨ ਵਾਲੇ ਸਨ। ਦੱਸ ਦਈਏ ਕਿ ਕੈਪੀਟਲ ਹਿਲ ਤੇ ਹਿੰਸਾ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ 5 ਲੋਕ ਮਾਰੇ ਗਏ। ਵਾਈਟ ਹਾਊਸ ਦੇ ਅਨੁਸਾਰ ਬਰਸੀ ਦੇ ਮੌਕੇ ਤੇ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਟਰੰਪ ਦੇ ਖਾਸ ਸਹਿਯੋਗੀ ਰਹੇ ਸਟੀਵ ਬੈਨਾਨ ਨੇ ਕਿਹਾ ਕਿ ਉਸ ਕੈਪੀਟਲ ਹਿਲ ਤੇ ਹਮਲੇ ਦੀ ਬਰਸੀ ਦੇ ਮੌਕੇ ਤੇ ਆਪਣੇ ਪੋਡਕਾਸਟ ਵਾਰ ਰੂਮ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕਰਨਗੇ। ਇਸ ਵਿੱਚ ਟਰੰਪ ਦੇ 2 ਸਮਰਥਕਾਂ ਮੈਟ ਗੇਟਸ ਅਤੇ ਮਰਜ਼ੌਰੀ ਟੇਲਰ ਗ੍ਰੀਨ ਨੂੰ ਸ਼ਾਮਲ ਕੀਤਾ ਜਾਏਗਾ। ਕੁਝ ਦਿਨ ਪਹਿਲਾਂ ਟਵਿੱਟਰ ਨੇ ਗ੍ਰੀਨ ਦੇ ਅਕਾਊਂਟ ਨੂੰ ਸਥਾਈ ਤੌਰ ਤੇ ਬੰਦ ਕਰ ਦਿੱਤਾ ਸੀ। ਗੇਟਸ ਅਤੇ ਗ੍ਰੀਨ ਦੋਵੇਂ ਹਾਊਸ ਆਫ ਰਿਪਰੈਜ਼ੈਂਟੇਟਿਵ ਮੈਂਬਰ ਹਨ। 6 ਜਨਵਰੀ 2021 ਨੂੰ ਕੈਪੀਟਲ ਬਿਲਡਿੰਗ ਤੇ ਹਮਲਾ ਕੀਤਾ ਗਿਆ ਸੀ। ਟਰੰਪ ਸਮਰਥਕ ਭੀੜ 2020 ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਵਿਰੋਧ ਕਰਨ ਦੇ ਲਈ ਵਾਈਟ ਹਾਊਸ ਵਿੱਚ ਇਕੱਠੀ ਹੋਈ ਸੀ ਅਤੇ ਭੀੜ ਨੇ ਸੰਸਦ ਦੀ ਬਿਲਡਿੰਗ ਵਿੱਚ ਭੰਨਤੋੜ ਕੀਤੀ ਸੀ। ਅਮਰੀਕਾ ਦੇ ਪੂਰਬੀ ਸ਼ਹਿਰ ਫਿਲਾਡੇਲਫੀਆ ਵਿੱਚ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਇੱਕ ਭਿਆਨਕ ਹਾਦਸੇ ਵਿੱਚ 7 ਬੱਚਿਆਂ ਸਣੇ 13 ਲੋਕਾਂ ਦੀ ਸੜ ਕੇ ਮੌਤ ਹੋ ਗਈ। ਇਹਨਾਂ ਸਾਰਿਆਂ ਦੀ ਮੌਤ ਫਿਲਾਡੇਲਫੀਆ ਸ਼ਹਿਰ ਦੇ 3 ਮੰਜ਼ਿਲਾ ਘਰ ਵਿੱਚ ਲੱਗੀ ਅੱਗ ਕਾਰਨ ਹੋਈ ਹੈ। ਫਿਲਾਡੇਲਫੀਆ ਫਾਇਰ ਡਿਪਾਰਟਮੈਂਟ ਦੇ ਡਿਪਟੀ ਕਮਿਸ਼ਨਰ ਕਰੇਗ ਮਰਫੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਅੱਗ ਬੁਝਣ ਦੇ ਬਾਵਜੂਦ ਬਿਲਡਿੰਗ ਦੇ ਅੰਦਰ 2 ਜ਼ਖਮੀਆਂ ਨੂੰ ਕੱਢੇ ਜਾਣ ਦਾ ਕੰਮ ਜਾਰੀ ਹੈ। ਮ੍ਰਿਤਕਾਂ ਤੋਂ ਇਲਾਵਾ 2 ਹੋਰਾਂ ਨੂੰ ਗੰਭੀਰ ਹਾਲਾਤ ਵਿੱਚ ਹਸਪਤਾਲ ਭੇਜਿਆ ਗਿਆ। ਮੌਕੇ ਤੇ ਅੱਗ ਬੁਝਣ ਤੋਂ ਬਾਅਦ ਵੀ ਕਈ ਫਾਇਰ ਟਰੱਕ ਖੜੇ ਦੇਖੇ ਗਏ ਜਿਨ੍ਹਾਂ ਦੇ ਫਾਇਰ ਕਰਮੀ ਸੜੀ ਹੋਈ ਬਿਲਡਿੰਗ ਵਿੱਚ ਬਚਣ ਵਾਲਿਆਂ ਦੀ ਭਾਲ ਕਰ ਰਹੇ ਨੇ। ਇਹ ਬਿਲਡਿੰਗ ਫਿਲਾਡੇਲਫੀਆ ਪਬਲਿਕ ਹਾਊਸਿੰਗ ਅਥਾਰਟੀ ਦੀ ਹੈ। ਬਿਲਡਿੰਗ ਵਿੱਚ ਅੱਗ ਲੱਗਣ ਤੋਂ ਬਾਅਦ ਇੰਨੇ ਵੱਡੇ ਪੱਧਰ ਤੇ ਮੌਤਾਂ ਦੇ ਲਈ ਉੱਥੇ ਲੱਗੇ ਸਮੋਕ ਡਿਟੈਕਟਰਸ ਖਰਾਬ ਹੋਣ ਨੂੰ ਕਾਰਨ ਮੰਨਿਆ ਜਾ ਰਿਹਾ, ਜਿਨ੍ਹਾਂ ਦੇ ਚਲਦਿਆਂ ਬਿਲਡਿੰਗ ਵਿੱਚ ਮੌਜੂਦ ਲੋਕਾਂ ਨੂੰ ਸਮੇਂ ਤੇ ਅੱਗ ਲੱਗਣ ਦਾ ਅਲਰਟ ਨਹੀਂ ਮਿਲ ਸਕਿਆ। ਡਿਪਟੀ ਕਮਿਸ਼ਨਰ ਮਰਫੀ ਨੇ ਕਿਹਾ ਕਿ ਬਿਲਡਿੰਗ ਵਿੱਚ 4 ਸਮੋਕ ਡਿਟੈਕਟਰ ਸੀ ਅਤੇ ਚਾਰੇ ਖਰਾਬ ਮਿਲੇ। ਅੱਗ ਬੁਝਾਊ ਮਾਮਲਾ ਸੂਚਨਾ ਮਿਲਦੇ ਸਥਾਨਕ ਸਮੇਂ ਅਨੁਸਾਰ ਸਵੇਰੇ 6:40 ਤੇ ਮੌਕੇ ਤੇ ਪਹੁੰਚਿਆ ਤੇ 50 ਮਿੰਟ ਵਿੱਚ ਅੱਗ ਤੇ ਕੰਟਰੋਲ ਕਰ ਲਿਆ, ਲੇਕਿਨ ਹੁਣ ਤੱਕ 7 ਬੱਚਿਆਂ ਸਣੇ 13 ਲੋਕਾਂ ਦੀ ਜਾਨ ਜਾ ਚੁੱਕੀ ਸੀ। ਜ਼ਿਆਦਾਤਰ ਮਰਨ ਵਾਲੇ ਬਿਲਡਿੰਗ ਦੀ ਦੂਜੀ ਫਲੋਰ ਤੇ ਫਸੇ ਹੋਏ ਸੀ। ਹਾਲਾਂਕਿ ਬਿਲਡਿੰਗ ਵਿੱਚ ਫਸੇ ਲੋਕਾਂ ਵਿੱਚੋਂ 8 ਕਿਸਮਤ ਵਾਲੇ ਨਿਕਲੇ ਜੋ ਬਾਹਰ ਨਿਕਲਣ ਦੇ 2 ਰਸਤਿਆਂ ਵਿੱਚੋਂ ਇੱਕ ਤੱਕ ਦੀ ਲਪੇਟ ਵਿੱਚ ਤੋਂ ਪਹਿਲਾਂ ਪਹੁੰਚ ਗਏ ਅਤੇ ਸੁਰੱਖਿਅਤ ਬਾਹਰ ਨਿਕਲ ਆਏ। ਅਮਰੀਕਾ ਦੇ ਮੈਰੀਲੈਂਡ, ਨਿਊਯਾਰਕ ਅਤੇ ਕੈਲੀਫੋਰਨੀਆ ਸੂਬੇ ਦੇ ਹਸਪਤਾਲਾਂ ਵਿੱਚ ਕੋਰੋਨਾ ਕਾਰਨ ਹਾਲਾਤ ਬੇਕਾਬੂ ਹੋਣ ਲੱਗੇ ਨੇ। ICU ਵੀ ਹੁਣ ਖਾਲੀ ਨਹੀਂ ਹਨ। ਅਜਿਹੇ ਵਿੱਚ ਮਾਹਿਰਾਂ ਨੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ, ਭੀੜ ਵਾਲੀ ਜਗ੍ਹਾ ਤੇ ਨਾ ਜਾਣ, ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਅਮਰੀਕਾ ਹਰ ਦਿਨ 10 ਲੱਖ ਤੋਂ ਜ਼ਿਆਦਾ ਕੋਵਿਡ-19 ਦੇ ਮਰੀਜ਼ ਨਿਕਲਣ ਅਤੇ ਹਸਪਤਾਲਾਂ ਵਿੱਚ ਬਿਸਤਰ ਨਾ ਮਿਲਣ ਕਾਰਨ ਨੱਠ ਭੱਜ ਵਾਲੇ ਹਾਲਾਤ ਨੇ। ਰਾਹਤ ਦੀ ਗੱਲ ਇਹ ਸੀ ਕਿ ICU ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਦੇਖੀ ਗਈ, ਪਰ ਅਮਰੀਕੀ ਮਹਾਕਾਰੀ ਮਾਹਰ ਫਹੀਮ ਨੇ ਚੇਤਾਇਆ ਕਿ ਓਮਿਕਰੌਨ ਵੈਰੀਐਂਟ ਨੂੰ ਹਲਕੇ ਵਿੱਚ ਨਾ ਲੈਣ। ਮੇਰੇ ਹਸਪਤਾਲ ਵਿੱਚ 100% ਮਰੀਜ਼ ਵੈਂਟੀਲੇਟਰ ਦਾ ਇਸਤੇਮਾਲ ਕਰ ਰਹੇ ਨੇ। ਇਹ ਚੇਤਾਵਨੀ ਬੇहद ਗੰਭੀਰ ਹੈ। ਡਾਕਟਰ ਫਹੀਮ ਅਮਰੀਕੀ ਯੂਨੀਵਰਸਿਟੀ ਆਫ ਮੈਰੀਲੈਂਡ ਵਿੱਚ ਮਹਾਮਾਰੀ ਮਾਮਲਿਆਂ ਦੇ ਪ੍ਰਮੁੱਖ ਡਾਕਟਰ ਨੇ। ਉਹਨਾਂ ਨੇ ਮੈਰੀਲੈਂਡ ਦੇ ਹਸਪਤਾਲ ਵਿੱਚ ICU ਭਰੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ਓਮਿਕਰੌਨ ਨੂੰ ਹਲਕੇ ਵਿੱਚ ਨਾ ਲੈਣ, ਮਾਸਕ ਪਹਿਨਣ, ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਲੈਣ ਅਤੇ ਭੀੜ ਵਾਲੀ ਜਗ੍ਹਾ ਤੇ ਜਾਣ ਤੋਂ ਬਚਣ। ਹਾਲਾਂਕਿ ਉਹਨਾਂ ਨੇ ਕੁਝ ਹੀ ਦਿਨਾਂ ਵਿੱਚ ਲਹਿਰ ਖਤਮ ਹੋਣ ਦੀ ਗੱਲ ਵੀ ਕੀਤੀ ਹੈ। ਇਸ ਵਿਚਾਲੇ ਕੈਲੀਫੋਰਨੀਆ ਦੇ ਹਸਪਤਾਲ ਅਤੇ ਸਕੂਲ ਬੁਰੇ ਦੌਰ ਵਿੱਚ ਨੇ। ਇਸ ਸੂਬੇ ਵਿੱਚ ਕੋਰੋਨਾ ਵਾਇਰਸ ਵਿੱਚ ਹੈਰਾਨੀਜਨਕ ਵਾਧਾ ਹੋਇਆ। ਸਿਹਤ ਮੰਤਰੀ ਡਾਕਟਰ ਮਾਰਕ ਨੇ ਕਿਹਾ ਕਿ ਇੱਥੇ ਹਸਪਤਾਲਾਂ ਦੇ ਬਿਸਤਰ ਮਰੀਜ਼ਾਂ ਨਾਲ ਭਰੇ ਨੇ। ICU ਵੀ ਹੁਣ ਪਹਿਲਾਂ ਜਿੰਨੇ ਖਾਲੀ ਨਹੀਂ ਹਨ। ਕੈਲੀਫੋਰਨੀਆ ਹਸਪੀਟਲ ਐਸੋਸੀਏਸ਼ਨ ਦੇ ਕਿਓਮੀ ਬਰਚਨ ਨੇ ਕਿਹਾ 40% ਹਸਪਤਾਲਾਂ ਵਿੱਚ ਅਹਿਮ ਕਰਮਚਾਰੀਆਂ ਦੀ ਕਮੀ ਹੈ। ਕੈਨੇਡਾ ਦੇ ਡੈਲਟਾ ਸ਼ਹਿਰ ਵਿਖੇ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਹੋਈ ਛੁਰੇਬਾਜ਼ੀ ਦੇ ਮਾਮਲੇ ਵਿੱਚ 19 ਸਾਲ ਦੇ ਬਲਰਾਜ ਨਿੱਜਰ ਵਿਰੁੱਧ ਦੋਸ਼ ਆਇਦ ਕੀਤੇ ਗਏ ਨੇ। ਡੈਲਟਾ ਪੁਲਿਸ ਨੇ ਦੱਸਿਆ ਕਿ ਕ੍ਰਾਊਨ ਕੌਂਸਲ ਵੱਲੋਂ 31 ਦਸੰਬਰ ਨੂੰ ਬਲਰਾਜ ਨਿੱਜਰ ਵਿਰੁੱਧ
ਕਾਤਲਾਨਾ ਹਮਲਾ ਕਰਨ ਦੇ 2 ਦੋਸ਼ ਆਇਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਪੁਲਿਸ ਮੁਤਾਬਕ ਬਲਰਾਜ ਨਿੱਜਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਸ਼ਰਤ ਆਧਾਰਿਤ ਜ਼ਮਾਨਤ ਦੇ ਦਿੱਤੀ ਗਈ ਅਤੇ ਅਦਾਲਤ ਵਿੱਚ ਉਸ ਦੀ ਅਗਲੀ ਪੇਸ਼ੀ ਇਸੇ ਜਨਵਰੀ ਮਹੀਨੇ ਦੌਰਾਨ ਹੋਏਗੀ। ਪੁਲਿਸ ਨੇ ਕਿਹਾ ਕਿ ਛੁਰੇਬਾਜ਼ੀ ਦੀ ਇਸ ਵਾਰਦਾਤ ਦਾ ਲੋਅਰ ਮੈਨਲੈਂਡ ਵਿੱਚ ਗਰੋਹਾਂ ਵਿਚਾਲੇ ਚੱਲ ਰਹੇ ਖੂਨੀ ਟਕਰਾਅ ਨਾਲ ਕੋਈ ਸੰਬੰਧ ਨਹੀਂ। ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਹਿਲਾਵਾਂ ਨੂੰ ਸਭ ਤੋਂ ਜ਼ਿਆਦਾ ਪਾਬੰਦੀ ਵਾਲੀਆਂ ਕਾਰਵਾਈਆਂ ਦਾ ਸ਼ਿਕਾਰ ਹੋਣਾ ਪੈ ਰਿਹਾ। ਤਾਜ਼ਾ ਮਾਮਲੇ ਵਿੱਚ ਕਾਬੁਲ ਦੇ ਕਈ ਸਪੋਰਟਸ ਕਲੱਬ ਦੇ ਮਾਲਕਾਂ ਨੇ ਕਿਹਾ ਕਿ ਤਾਲਿਬਾਨ ਦੇ ਮਹਿਲਾਵਾਂ ਦੇ ਲਈ ਐਥਲੈਟਿਕ ਖੇਡਾਂ ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਉਹ ਮਹਿਲਾਵਾਂ ਨੂੰ ਖੇਡਣ ਦੀ ਆਗਿਆ ਨਹੀਂ ਦਿੰਦੇ। ਹਾਲਾਂਕਿ ਖੇਡ ਸਰਗਰਮੀਆਂ ਵਿੱਚ ਮਹਿਲਾਵਾਂ ਦੇ ਲਈ ਪਹਿਲਾਂ ਹੀ ਅਲੱਗ ਸਥਾਨ ਬਣਾਏ ਗਏ ਸੀ, ਲੇਕਿਨ ਹੁਣ ਇਸ ਵਿੱਚ ਹੋਰ ਵੀ ਬਦਲਾਅ ਕਰ ਦਿੱਤੇ ਗਏ ਨੇ। ਹੁਣ ਕੋਚ ਵੀ ਪੁਰਸ਼ ਦੀ ਬਜਾਏ ਇੱਕ ਮਹਿਲਾ ਹੈ। ਇੱਕ ਸਪੋਰਟਸ ਕਲੱਬ ਦੇ ਮੁਖੀ ਹਾਫਿਜ਼ੁੱਲਾ ਅਬਸੀ ਨੇ ਟੋਲ ਨਿਊਜ਼ ਨੂੰ ਦੱਸਿਆ ਕਿ ਘੱਟੋ-ਘੱਟ ਮਹਿਲਾਵਾਂ ਨੂੰ ਅਭਿਆਸ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਅਬਸੀ ਤੋਂ ਇਲਾਵਾ ਤਾਇਕਵਾਂਡੋ ਅਤੇ ਪਰਵਤਰੋਈਆਂ ਖੇਡਾਂ ਦੀ ਕੋਚ ਤਹਿਰਾ ਮੁਲਤਾਨੀ ਨੇ ਕਿਹਾ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੈਨੂੰ ਮੇਰੀ ਖੇਡ ਦਾ ਅਭਿਆਸ ਕਰਨ ਦੀ ਆਗਿਆ ਨਹੀਂ ਮਿਲੀ। ਮੈਂ ਟ੍ਰੇਨਿੰਗ ਲਈ ਖੇਡਾਂ ਦੇ ਕਈ ਕਲੱਬਾਂ ਵਿੱਚ ਗੱਲ ਕੀਤੀ ਹੈ, ਲੇਕਿਨ ਉਹਨਾਂ ਨੇ ਕਿਹਾ ਕਿ ਹੁਣ ਕਲੱਬਾਂ ਵਿੱਚ ਮਹਿਲਾ ਵਰਗ ਦੇ ਸਥਾਨ ਨੂੰ ਬੰਦ ਕਰ ਦਿੱਤਾ ਹੈ। ਤਾਹਿਰਾ ਸੁਲਤਾਨੀ ਨੇ ਪਿਛਲੇ 8 ਸਾਲਾਂ ਵਿੱਚ ਕੌਮੀ ਪੱਧਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਈ ਇਨਾਮ ਹਾਸਲ ਕੀਤੇ ਨੇ। ਅਮਰੀਕਾ ਦੇ ਕੋਲੋਰਾਡੋ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਜੰਗਲ ਵਿੱਚ ਲੱਗੀ ਅੱਗ ਕਾਰਨ 51.3 ਕਰੋੜ ਡਾਲਰ ਦਾ ਨੁਕਸਾਨ ਹੋਇਆ ਅਤੇ 1084 ਘਰ ਅਤੇ ਅਦਾਰੇ ਨੁਕਸਾਨੇ ਗਏ। ਜੰਗਲੀ ਖੇਤਰ ਵਿੱਚ 30 ਦਸੰਬਰ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਦਾ ਇਹ ਪਹਿਲਾ ਮੁਲਾਂਕਣ ਹੈ। ਸੂਬੇ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵਿਨਾਸ਼ਕਾਰੀ ਜੰਗਲ ਦੀ ਅੱਗ ਹੈ। ਅਧਿਕਾਰੀਆਂ ਨੇ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਘੱਟੋ-ਘੱਟ 991 ਘਰਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। 2 ਲੋਕ ਲਾਪਤਾ ਨੇ। ਹਾਲਾਂਕਿ ਅਧਿਕਾਰੀਆਂ ਨੂੰ ਇੱਕ ਥਾਂ ਤੇ ਲਾਸ਼ਾਂ ਮਿਲੀਆਂ ਨੇ। ਜਾਂਚਕਰਤਾ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਅੱਗ ਕਿਸ ਕਾਰਨ ਲੱਗੀ ਹੈ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਅੱਗ ਦੀ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਕਿਉਂਕਿ ਜਲਵਾਯੂ ਪਰਿਵਰਤਨ ਕਾਰਨ ਧਰਤੀ ਦਾ ਤਾਪਮਾਨ ਵਧਿਆ ਹੈ ਅਤੇ ਅੱਗ ਲੱਗਣ ਦੇ ਖਤਰੇ ਵਾਲੇ ਖੇਤਰਾਂ ਦੀ ਗਿਣਤੀ ਵਧੀ ਹੈ। ਬੋਲਡਰ ਕਾਉਂਟੀ ਦੇ 90% ਤੋਂ ਵੱਧ ਇਲਾਕੇ ਵਿੱਚ ਗੰਭੀਰ ਸੋਕਾ ਪਿਆ ਅਤੇ ਗਰਮੀਆਂ ਦੇ ਅੱਧ ਤੋਂ ਬਾਅਦ ਇੱਥੇ ਮੀਂਹ ਨਹੀਂ ਪਿਆ। ਕਿਰਤ ਵਿਭਾਗ ਦੇ ਅੰਕੜਿਆਂ ਮੁਤਾਬਕ ਅਮਰੀਕਾ 'ਚ ਨੌਕਰੀ ਛੱਡਣ ਵਾਲੇ ਕਾਮਿਆਂ ਦੀ ਸੰਖਿਆ ਰਿਕਾਰਡ ਮੁਤਾਬਕ ਪਿਛਲੇ 20 ਸਾਲਾਂ 'ਚ ਸਭ ਤੋਂ ਵੱਧ ਹੈ, ਜਿੱਥੇ ਬੀਤੇ ਸਾਲ ਨਵੰਬਰ ਮਹੀਨੇ 'ਚ 45 ਲੱਖ ਤੋਂ ਜ਼ਿਆਦਾ ਲੋਕਾਂ ਨੇ ਨੌਕਰੀ ਛੱਡੀ। ਲੋਕ ਨੌਕਰੀ ਕਿਉਂ ਛੱਡ ਰਹੇ ਨੇ? ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉਹ ਹੋਰ ਬਿਹਤਰ ਮੌਕਿਆਂ ਦਾ ਲਾਭ ਉਠਾਉਣਾ ਚਾਹੁੰਦੇ ਨੇ। ਸਰਕਾਰ ਨੂੰ 2 ਸਾਲਾਂ ਤੋਂ ਕਰੋਨਾ ਕਾਰਨ ਆਰਥਿਕ ਪੱਖੋਂ ਵਿਰੋਧੀ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਲਈ ਸਰਕਾਰ ਵੀ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਹਾਲਾਂਕਿ ਕਰੋਨਾ ਮਹਾਮਾਰੀ 'ਚ ਕਾਮੇ ਵੀ ਆਪਣੀਆਂ ਲੋੜਾਂ ਤੇ ਧਿਆਨ ਦੇ ਰਹੇ ਨੇ, ਪਰ ਜ਼ਿਆਦਾਤਰ ਨੌਕਰੀਆਂ ਹੌਸਪਿਟੈਲਿਟੀ ਅਤੇ ਹੋਰ ਘੱਟ ਤਨਖਾਹ ਵਾਲੇ ਖੇਤਰਾਂ 'ਚੋਂ ਨੇ। ਅਮਰੀਕਾ ਤੇ ਜਰਮਨੀ ਨੇ ਤਾਇਵਾਨ ਮੁੱਦੇ ਤੇ ਚੀਨ ਦੇ ਨਾਲ ਵਿਵਾਦ ਵਿੱਚ ਲਿਥੁਆਨਾ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਬੀਜਿੰਗ ਵੱਲੋਂ ਇਸ ਛੋਟੇ ਜਿਹੇ ਬਾਲਟਿਕ ਦੇਸ਼ ਤੇ ਦਬਾਅ ਪਾਉਣਾ ਅਨੁਚਿਤ ਹੈ। ਦਰਅਸਲ ਲਿਥੁਆਨੀਆ ਨੇ ਪਿਛਲੇ ਸਾਲ ਵਿਲੀਅਨ 'ਚ ਤਾਇਵਾਨ ਨੂੰ ਤਾਈਪੇ ਦੇ ਨਾਂ ਦੀ ਬਜਾਏ ਆਪਣੇ ਹੀ ਨਾਂ ਤੇ ਦਫ਼ਤਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਇਹ ਇੱਕ ਅਜਿਹਾ ਕਦਮ ਹੈ ਜਿਸ ਨੂੰ ਚੁੱਕਣ ਨਾਲ ਦੁਨੀਆ ਦੇ ਜ਼ਿਆਦਾਤਰ ਦੇਸ਼ ਬਚਦੇ ਨੇ, ਕਿਉਂਕਿ ਇਸ ਨਾਲ ਉਹਨਾਂ ਨੂੰ ਚੀਨ ਦੀ ਨਾਰਾਜ਼ਗੀ ਮੋਲ ਲੈਣੀ ਪੈ ਸਕਦੀ ਹੈ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਤੇ ਉਸ ਨੂੰ ਕੋਈ ਡਿਪਲੋਮੈਟ ਪਛਾਣ ਨਹੀਂ ਦਿੰਦਾ। ਲਿਥੁਆਨੀਆ ਦੇ ਇਸ ਕਦਮ ਨਾਲ ਚੀਨ ਨਾਰਾਜ਼ ਹੋ ਗਿਆ ਤੇ ਉਸਨੇ ਵਿਲੀਅਮ ਤੋਂ ਆਪਣੇ ਰਾਜਦੂਤ ਬੁਲਾ ਲਿਆ ਤੇ ਬੀਜਿੰਗ ਤੋਂ ਲਿਥੁਆਨੀਆ ਦੇ ਰਾਜਦੂਤ ਨੂੰ ਦੇਸ਼ ਤੋਂ ਜਾਣ ਲਈ ਕਹਿ ਦਿੱਤਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਰਮਨੀ ਦੀ ਆਪਣੀ ਬਰਾਬਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਲਿਥੁਆਨੀਆ ਦੇ ਦਬਾਅ ਪਾਉਣ ਨਾਲ ਚੀਨ ਦੀ ਸਰਕਾਰ ਦੇ ਕਦਮ ਨਾਲ ਉਹ ਚਿੰਤਤ ਹਨ। ਇਸ ਦੇਸ਼ ਦੀ ਆਬਾਦੀ 30 ਲੱਖ ਤੋਂ ਵੀ ਘੱਟ ਹੈ। ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਰਬੋਕ ਨੇ ਕਿਹਾ ਕਿ ਯੂਰਪੀ ਹੋਣ ਦੇ ਨਾਤੇ ਅਸੀਂ ਲਿਥੁਆਨੀਆ ਦੇ ਪ੍ਰਤੀ ਇਕਜੁੱਟਤਾ ਪ੍ਰਗਟ ਕਰਦੇ ਹਾਂ। ਬਲਿੰਕਨ ਨੇ ਕਿਹਾ ਕਿ ਚੀਨ ਯੂਰਪੀ ਤੇ ਅਮਰੀਕੀ ਕੰਪਨੀਆਂ ਤੇ ਦਬਾਅ ਪਾ ਰਿਹਾ ਹੈ ਕਿ ਉਹ ਲਿਥੁਆਨਾ 'ਚ ਬਣੇ ਕੰਪੋਨੈਂਟਸ ਤੋਂ ਉਤਪਾਦਨ ਬਣਾਉਣਾ ਬੰਦ ਕਰਨ ਜਾਂ ਚੀਨੀ ਬਾਜ਼ਾਰ 'ਚ ਪਹੁੰਚ ਖਤਮ ਹੋਣ ਦੇ ਖਤਰੇ ਦਾ ਸਾਹਮਣਾ ਕਰਨ। ਅਮਰੀਕਾ ਵਿੱਚ ਇੱਕ ਪ੍ਰਮੁੱਖ ਮੁਸਲਿਮ ਨਾਗਰਿਕ ਸੁਤੰਤਰਤਾ ਸੰਗਠਨ ਨੇ ਟੈਸਲਾ ਮੋਟਰਸ ਦੇ CEO ਐਲੋਨ ਮਸਕ ਨੂੰ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਹਾਲ ਹੀ ਵਿੱਚ ਖੋਲ੍ਹੇ ਗਏ ਸ਼ੋਰੂਮ ਨੂੰ ਬੰਦ ਕਰਨ ਲਈ ਕਿਹਾ। ਸੰਗਠਨ ਨੇ ਕਿਹਾ ਕਿ ਸ਼ਿਨਜਿਆਂਗ ਵਿੱਚ ਕੋਈ ਵੀ ਅਮਰੀਕੀ ਕਾਰਪੋਰੇਸ਼ਨ ਕਾਰੋਬਾਰ ਨਹੀਂ ਕਰ ਰਹੀ, ਇਸ ਲਈ ਟੈਸਲਾ ਨੂੰ ਚੀਨ ਦੇ ਉਈਗਰ ਮੁਸਲਮਾਨਾਂ ਤੋਂ ਹੋ ਰਹੇ ਅਤਿਆਚਾਰਾਂ ਦੇ ਵਿਰੋਧ ਵਿੱਚ ਆਪਣਾ ਸ਼ੋਰੂਮ ਵੀ ਬੰਦ ਕਰਨਾ ਚਾਹੀਦਾ ਹੈ। CAIR ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਿਨਜਿਆਂਗ ਇੱਕ ਅਜਿਹਾ ਖੇਤਰ ਹੈ ਜੋ ਇੱਕ ਧਾਰਮਿਕ ਅਤੇ ਨਸਲੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ ਦੀ ਮੁਹਿੰਮ ਚਲਾ ਰਿਹਾ।
ਕੌਂਸਲ ਔਨ ਅਮਰੀਕੀ ਇਸਲਾਮਿਕ ਰਿਲੇਸ਼ਨ ਨੇ ਕਿਹਾ ਕਿ ਟੈਸਲਾ ਨੂੰ ਨਸਲਖੁਸ਼ੀ ਲਈ ਆਰਥਿਕ ਸਹਾਇਤਾ ਦੀ ਮਾਤਰਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਅਮਰੀਕਾ ਸਥਿਤ ਟੈਸਲਾ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਵੋ ਤੇ ਘੋਸ਼ਣਾ ਦੇ ਨਾਲ ਸ਼ਿਨਜਿਆਂਗ ਦੀ ਰਾਜਧਾਨੀ ਉਰਮੂਕੀ ਵਿੱਚ ਇੱਕ ਸ਼ੋਰੂਮ ਖੋਲ੍ਹਿਆ ਹੈ। 2016 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਸ੍ਰੀ ਰਾਮ ਇਸ ਮਹੀਨੇ ਕਿਸਮਤ ਖੁੱਲ ਗਈ। ਇੱਕ ਮਹੀਨੇ ਵਿੱਚ ਦੋ ਵਾਰ ਉਹਨਾਂ ਦੀ ਲੋਟਰੀ ਲੱਗ ਗਈ ਹੈ। ਇੱਕ ਹੀ ਝਟਕੇ ਵਿੱਚ ਉਹਨਾਂ ਨੇ ਕੁੱਲ 31 ਲੱਖ ਰੁਪਏ ਦਾ ਆਪਣਾ ਬੈਂਕ ਬੈਲੈਂਸ ਵਧਾ ਲਿਆ। ਸ੍ਰੀ ਰਾਮ ਨੇ ਇੱਕ ਮਹੀਨੇ ਵਿੱਚ 2 ਅਲੱਗ-ਅਲੱਗ ਮੌਕਿਆਂ ਤੇ ਕੁੱਲ ਮਿਲਾ ਕੇ 31 ਲੱਖ ਤੋਂ ਜ਼ਿਆਦਾ ਰੁਪਏ ਜਿੱਤੇ ਨੇ। ਉਹ ਪਿਛਲੇ 16 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ ਡਰਾਅ ਵਿੱਚ ਹਿੱਸਾ ਲੈਣ ਅੱਗੇ ਵੀ ਜਾਰੀ ਰੱਖਣਗੇ। ਤੁਸੀਂ ਨਹੀਂ ਜਾਣਦੇ ਕਿ ਜਦ ਤੱਕ ਆਪ ਕੋਸ਼ਿਸ਼ ਨਹੀਂ ਕਰਾਂਗੇ ਤਦ ਤੱਕ ਕੀ ਹੋਏਗਾ। ਸ੍ਰੀ ਰਾਮ ਤੋਂ ਇਲਾਵਾ ਲੈਬਨਾਨ ਅਤੇ ਸਲੋਵਾਨੀਆ ਦੇ 2 ਹੋਰ ਲੋਕਾਂ ਨੇ ਵੀ 15,75,032 ਰੁਪਏ ਦਾ ਅਮੀਰਾਤ ਡਰਾਅ ਜਿੱਤਿਆ। ਖਲੀਜ ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ 40 ਸਾਲਾਂ ਦੇ ਸ੍ਰੀ ਰਾਮ ਸ਼ਾਂਤਾ ਨਾਇਕ ਨੇ ਕਿਹਾ, ਮੈਂ ਹੈਰਾਨ ਹਾਂ, ਮੇਰੇ ਕੋਲ ਸ਼ਬਦ ਨਹੀਂ। ਮੈਨੂੰ ਭਰੋਸਾ ਨਹੀਂ ਹੋ ਰਿਹਾ ਕਿ ਮੇਰੇ ਵੱਲੋਂ ਚੁਣੇ ਗਏ ਨੰਬਰ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ 2 ਵਾਰ ਡਰਾਅ ਨਾਲ ਮੇਲ ਖਾ ਗਏ। ਜਿੱਤਣਾ ਰੋਮਾਂਚਕ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਬਹੁਤ ਖਰਾਬ ਸਥਿਤੀ ਚੋਂ ਲੰਘ ਰਿਹਾ। ਅਫਗਾਨਿਸਤਾਨ ਦੇ ਲੋਕ ਭਿਆਨਕ ਆਰਥਿਕ ਸੰਕਟ ਚੋਂ ਗੁਜ਼ਰ ਰਹੇ ਨੇ। ਤਾਲਿਬਾਨ ਸਰਕਾਰ ਦੀ ਆਮਦਨ ਦੇ ਸਰੋਤ ਉਧਰ ਤਾਲਿਬਾਨ ਦੇ ਸੱਤਾ 'ਚ ਕਾਬਜ਼ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਜਹਾਜ਼ ਅਫਗਾਨਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਕਤਰਾ ਰਹੇ ਨੇ। ਅਫਗਾਨਿਸਤਾਨ ਦੇ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਉਪ ਨਿਰਦੇਸ਼ਕ ਗੁਲਾਮ ਜਲਾਨੀ ਵਫਾ ਮੁਤਾਬਕ ਹਾਲ ਦੇ ਮਹੀਨਿਆਂ 'ਚ ਇਸ ਵਿੱਚ 80% ਦੀ ਕਮੀ ਆਈ ਹੈ ਤੇ ਇਸ ਦਾ ਅਸਰ ਅਫਗਾਨ ਸਰਕਾਰ ਦੀ ਆਮਦਨ ਤੇ ਪਿਆ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਵਾਈ ਖੇਤਰ 'ਚੋਂ ਲੰਘਣ ਵਾਲੇ ਹਰ ਵਿਦੇਸ਼ੀ ਜਹਾਜ਼ ਤੋਂ ਸਰਕਾਰ ਨੂੰ $700 ਦੀ ਆਮਦਨ ਹੁੰਦੀ ਹੈ। ਦੂਜੇ ਪਾਸੇ ਸਾਬਕਾ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਇਮਾਮੁਦੀਨ ਬਰੀਮਾਚ ਨੇ ਕਿਹਾ ਕਿ ਅੰਤਰਰਾਸ਼ਟਰੀ 에ਅਰਲਾਈਨਸ ਅਫਗਾਨਿਸਤਾਨ ਦੇ ਹਵਾਈ ਖੇਤਰ ਨੂੰ ਸੁਰੱਖਿਅਤ ਨਹੀਂ ਮੰਨਦੀਆਂ, ਇਸ ਦੇ ਲਈ ਇਸ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਦੀਆਂ ਨੇ। ਓਮਿਕਰੌਨ ਵੇਰੀਐਂਟ ਕਾਰਨ ਕੈਨੇਡਾ ਵਿੱਚ ਕੋਵਿਡ-19 ਮਹਾਮਾਰੀ ਦੀ 5ਵੀਂ ਲਹਿਰ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਕੈਨੇਡੀਅਨਾਂ ਤੇ ਹਮਲਾ ਕੀਤਾ ਹੈ ਜੋ ਅਜੇ ਵੀ ਟੀਕਾਕਰਨ ਤੋਂ ਇਨਕਾਰ ਕਰ ਰਹੇ ਨੇ। ਟਰੂਡੋ ਮੁਤਾਬਕ ਉਹ ਅਜਿਹੇ ਟੀਕਾਕਰਨ ਵਿਰੋਧੀ ਕੈਨੇਡੀਅਨ ਲੋਕਾਂ ਤੋਂ ਨਾਰਾਜ਼ ਅਤੇ ਨਿਰਾਸ਼ ਨੇ। ਦੇਸ਼ ਤੇ ਆਉਣ ਵਾਲੇ ਸਿਹਤ ਸੰਕਟ ਬਾਰੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦਿਆਂ ਜਸਟਿਨ ਟਰੂਡੋ ਨੇ ਕਿਹਾ, ਇਹ ਸਿਰਫ ਸਰਕਾਰਾਂ ਅਤੇ ਸਿਹਤ ਕਰਮਚਾਰੀਆਂ ਬਾਰੇ ਨਿਰਾਸ਼ਾ ਨਹੀਂ ਹੈ, ਸਗੋਂ ਅਜਿਹੇ ਕੈਨੇਡੀਅਨਸ ਬਾਰੇ ਵੀ ਹੈ ਜੋ ਅਜੇ ਵੀ ਟੀਕਾਕਰਨ ਨਾ ਕਰਵਾਉਣ ਦਾ ਫੈਸਲਾ ਕਰਨਾ ਚਾਹੁੰਦੇ ਨੇ। ਇਹਨਾਂ ਵਿੱਚ ਸਾਥੀ ਕੈਨੇਡੀਅਨ ਵੀ ਸ਼ਾਮਲ ਨੇ। ਕੈਨੇਡੀਅਨ ਸਰਕਾਰ ਨੇ ਵੈਕਸੀਨ ਜਨਾਦੇਸ਼ ਦੀ ਸਥਾਪਨਾ ਕੀਤੀ ਹੈ, ਜਿਸ ਵਿੱਚ ਹਵਾਈ ਜਹਾਜ਼, ਰੇਲ ਅਤੇ ਕਰੂਜ਼ ਜਹਾਜ਼ ਤੇ ਯਾਤਰਾ ਲਈ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਸੂਬਿਆਂ ਨੇ ਬਿਨਾਂ ਟੀਕਾਕਰਨ ਵਾਲੇ ਗੈਰ ਲਾਇਸੈਂਸੀ ਵਿਅਕਤੀਆਂ ਨੂੰ ਮਨੋਰੰਜਨ ਵਰਗੀਆਂ ਸਹੂਲਤਾਂ ਜਿਮ, ਬਾਰ, ਨਾਈਟ ਕਲੱਬਾਂ, ਰੈਸਟੋਰੈਂਟਾਂ ਦੇ ਨਾਲ-ਨਾਲ ਖੇਡਾਂ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।